ਸਤਿ ਸ਼੍ਰੀ ਅਕਾਲ ਜੀ। ਕਿਤਾਬ ਅੰਤਰਜਾਤ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਪਹਿਲਾ ਲੈਸਨ ਜਾਂ ਟੌਪਿਕ ਉਦਮ ਅਤੇ ਉਤਸ਼ਾਹ। ਦੋਸਤੋ, ਇਸ ਦੇ ਪਹਿਲੇ ਲੈਸਨ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਇਸ ਦੇ ਮੁੱਢਲੇ ਸ਼ਬਦ ਬਾਰੇ ਵੀ ਥੋੜ੍ਹਾ ਜਿਹਾ ਜਾਣ ਲੈਂਦੇ ਹਾਂ, ਸੁਣ ਲੈਂਦੇ ਹਾਂ, ਕਿਉਂਕਿ ਇਹਨਾਂ ਵਿੱਚ ਵੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਗਈਆਂ ਹਨ। ਹੁਣ ਸ਼ੁਰੂ ਕਰਦੇ ਹਾਂ ਇਸ ਦੇ ਮੁੱਢਲੇ ਸ਼ਬਦ। ਨਿਰਸੰਦੇਹ ਗਲਤੀਆਂ ਨਾਲ ਮਨੁੱਖ ਸਿੱਖਦਾ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਉਹ ਜੀਵਨ ਭਰ ਗਲਤੀਆਂ ਕਰਦਾ ਰਹੇ ਅਤੇ ਕਹੇ ਕਿ ਮੈਂ ਤਾਂ ਸਿੱਖ ਰਿਹਾ ਹਾਂ। ਜੀਵਨ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਲੋੜੀਂਦਾ ਗਿਆਨ ਸਾਨੂੰ ਸਕੂਲ ਦੀਆਂ ਪਹਿਲੀਆਂ 5 ਜਮਾਤਾਂ ਵਿੱਚ ਪ੍ਰਾਪਤ ਹੋ ਜਾਂਦਾ ਹੈ। ਧਨ ਵਾਂਗ ਗਿਆਨ ਦਾ ਲਾਲਚ ਵੀ ਸਾਨੂੰ ਅੰਦਰੋਂ ਬਾਹਰੋਂ ਪਕੜ ਲੈਂਦਾ ਹੈ। ਇਹੀ ਕਾਰਨ ਹੈ ਕਿ ਅਜੋਕੇ ਯੁੱਗ ਵਿੱਚ ਗਿਆਨ ਫੈਲ ਰਿਹਾ ਹੈ, ਪਰ ਮਨੁੱਖ ਸੁੰਗੜਦਾ ਜਾ ਰਿਹਾ ਹੈ। ਲੋੜ ਹੋਰ ਗਿਆਨ ਇਕੱਠਾ ਕਰਨ ਦੀ ਨਹੀਂ, ਪ੍ਰਾਪਤ ਗਿਆਨ ਨੂੰ ਸਹੀ ਢੰਗ ਨਾਲ ਅਮਲ ਵਿੱਚ ਲਿਆਉਣ ਦੀ ਹੁੰਦੀ ਹੈ। ਕੁਝ ਕਰਨ ਦਾ ਕਮਾਲ ਹੁਨਰ ਕੁਝ ਕੀਤਿਆਂ ਹੀ ਆਉਂਦਾ ਹੈ। ਕਰਮ ਜਾਂ ਕਾਰਜ ਕਰਨ ਤੋਂ ਬਿਨਾਂ ਗਿਆਨ ਬੋਝ ਹੋ ਨਿਬੜਦਾ ਹੈ। ਜੇ ਉਦੇਸ਼ ਸ਼ੁਭ ਨਾ ਹੋਵੇ ਤਾਂ ਗਿਆਨ ਵੀ ਪਾਪ ਹੋ ਨਿਬੜਦਾ ਹੈ। ਮਨੁੱਖ ਨੂੰ ਸਭ ਤੋਂ ਵੱਡੀ ਤਸੱਲੀ ਉਹ ਕੰਮ ਕਰਨ ਵਿੱਚ ਮਿਲਦੀ ਹੈ ਜਿਹੜਾ ਉਸਨੇ ਕਰਨਾ ਚਾਹਿਆ ਹੋਵੇ, ਪਰ ਜਿਸ ਬਾਰੇ ਲੋਕਾਂ ਨੇ ਉਸ ਨੂੰ ਕਿਹਾ ਹੋਵੇ ਤੁਸੀਂ ਇਹ ਨਹੀਂ ਕਰ ਸਕਦੇ, ਤੁਹਾਡੇ ਤੋਂ ਇਹ ਹੋਵੇਗਾ ਨਹੀਂ। ਚੰਗੇ ਕੰਮ ਦੀ ਪਹਿਚਾਣ ਇਹ ਹੁੰਦੀ ਹੈ ਕਿ ਜਦੋਂ ਇਹ ਕਰ ਲਿਆ ਜਾਂਦਾ ਹੈ ਤਾਂ ਇਸ ਦੇ ਅਨੇਕਾਂ ਦਾਅਵੇਦਾਰ ਪੈਦਾ ਹੋ ਜਾਂਦੇ ਹਨ। ਗਿਆਨਵਾਨ ਅਸੀਂ ਸਾਰੇ ਹੀ ਹਾਂ, ਪਰ ਅੰਤਰ ਗਿਆਨ ਦਾ ਨਹੀਂ ਹੁੰਦਾ, ਉਸ ਗਿਆਨ ਨਾਲ ਕੀਤੇ ਕੰਮਾਂ ਦਾ ਹੁੰਦਾ ਹੈ। ਸਾਡੇ ਅਤੇ ਹੋਰਾਂ ਵਿਚਲਾ ਅੰਤਰ ਗੁਣਾਂ ਦਾ ਨਹੀਂ, ਆਦਤਾਂ ਦਾ ਹੁੰਦਾ ਹੈ। ਆਪਣੇ ਯਤਨ ਵਿੱਚ ਪੂਰੇ ਦਾ ਪੂਰਾ ਕੌਣ ਸਫਲ ਹੁੰਦਾ ਹੈ? ਜਿਉਂਦੇ ਜਾਗਦੇ ਮਨੁੱਖ ਦਾ ਉਦੇਸ਼ ਉਤਨਾ ਸਫਲ ਹੋਣਾ ਨਹੀਂ ਹੁੰਦਾ ਜਿਤਨਾ ਆਪਣੇ ਕੰਮ ਵਿੱਚੋਂ ਮਿਲਣ ਵਾਲੀ ਮੌਜ ਮਾਣਨਾ ਹੁੰਦਾ ਹੈ। ਸਮਾਜ ਸਦਾ ਉਹਨਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਸਮਾਜ ਤੋਂ ਲਿਆ ਘੱਟ ਹੁੰਦਾ ਹੈ, ਪਰ ਸਮਾਜ ਨੂੰ ਮੋੜਿਆ ਵਧੇਰੇ ਹੁੰਦਾ ਹੈ। ਇਸੇ ਆਧਾਰ ਉੱਤੇ ਅਸੀਂ ਪਹਿਲਾਂ ਸੰਤਾਂ ਮਹਾਤਮਾ ਦੀ ਮਹਿਮਾ ਕਰਦੇ ਸਾਂ ਅਤੇ ਹੁਣ ਵਿਗਿਆਨੀਆਂ ਨੂੰ ਵਡਿਆਉਂਦੇ ਹਾਂ। ਵਿਹਲ ਵਿੱਚੋਂ ਕੁਝ ਨਹੀਂ ਨਿਕਲਦਾ, ਆਲਸ ਵਿੱਚੋਂ ਕੁਝ ਨਹੀਂ ਉਪਜਦਾ। ਰਾਹ ਦੀ ਭਾਵੇਂ ਪਛਾਣ ਨਾ ਵੀ ਹੋਵੇ, ਪਰ ਜੀਵਨ ਭਰ ਸੰਸਿਆਂ ਵਿੱਚ ਘਿਰੇ ਰਹਿਣ ਨਾਲੋਂ ਤੁਰ ਹੀ ਪੈਣਾ ਚਾਹੀਦਾ ਹੈ। ਚੰਨ ਤਾਰੇ ਸੂਰਜ ਨਿਰੰਤਰ ਪ੍ਰਵਾਹ ਵਿੱਚ ਪਏ ਹੋਏ ਹਨ। ਮਨੁੱਖ ਉਸੇ ਕੰਮ ਨੂੰ ਠੀਕ ਕਰ ਸਕਦਾ ਹੈ ਜਿਸ ਵਿੱਚ ਉਸ ਦਾ ਭਰੋਸਾ ਹੋਵੇ। ਭਰੋਸਾ ਉਦੋਂ ਹੀ ਉਪਜਦਾ ਹੈ ਜਦੋਂ ਇਰਾਦਾ ਨੇਕ ਹੋਵੇ। ਨੇਕ ਇਰਾਦਿਆਂ ਨਾਲ ਵਿਅਕਤੀ ਅਤੇ ਸਮਾਜ ਦੋਵੇਂ ਸ਼ਕਤੀਸ਼ਾਲੀ ਹੁੰਦੇ ਜਾਂਦੇ ਹਨ। ਕੋਈ ਵੀ ਚੰਗਾ ਕੰਮ ਅਜਿਹਾ ਨਹੀਂ ਹੁੰਦਾ ਜਿਸ ਦਾ ਸਮਾਜ ਨੂੰ ਲਾਭ ਹੁੰਦਾ ਹੋਵੇ ਅਤੇ ਕਰਨ ਵਾਲੇ ਨੂੰ ਨੁਕਸਾਨ ਹੁੰਦਾ ਹੋਵੇ। ਜਦੋਂ ਉਦੇਸ਼ ਉਸਾਰੂ ਹੋਵੇ ਤਾਂ ਪੁੱਠਾ ਕਦਮ ਪੁੱਟਿਆ ਹੀ ਨਹੀਂ ਜਾ ਸਕਦਾ। ਜੇ ਉਦੇਸ਼ ਨਿਸ਼ਚਿਤ ਅਤੇ ਸਪਸ਼ਟ ਨਾ ਹੋਵੇ ਤਾਂ ਵੱਡੇ ਵੱਡੇ ਘੱਲੂਘਾਰੇ, ਮੁਹਿੰਮਾਂ ਅਤੇ ਮੋਰਚੇ ਵੀ ਮਾਰੂਥਲਾਂ ਵਿੱਚ ਗਵਾਚੇ ਦਰਿਆ ਬਣ ਕੇ ਰਹਿ ਜਾਂਦੇ ਹਨ। ਲੋੜ ਉੱਚੇ ਉਦੇਸ਼ਾਂ ਨੂੰ ਸੁਹਿਰਦ ਯਤਨਾਂ ਦੋਹਾਂ ਦੀ ਹੁੰਦੀ ਹੈ। ਜੇ ਸਾਡੇ ਹੱਥ ਸਾਡੀ ਕਲਪਨਾ ਦਾ ਸਾਥ ਦੇਣ ਤਾਂ ਮਨੁੱਖੀ ਮਨ ਵਿੱਚ ਉਪਜਣ ਵਾਲੀ ਹਰੇਕ ਉਮੰਗ ਸਾਕਾਰ ਕੀਤੀ ਜਾ ਸਕਦੀ ਹੈ। ਜਿਹੋ ਜਿਹੇ ਕਿਸੇ ਦੇ ਉਦੇਸ਼, ਵਿਚਾਰ ਅਤੇ ਅਮਲ ਹੁੰਦੇ ਹਨ, ਉਹੋ ਜਿਹਾ ਉਹ ਮਨੁੱਖ ਹੋ ਨਿਬੜਦਾ ਹੈ। ਕੋਰਸਾਂ ਦੀਆਂ ਕਿਤਾਬਾਂ ਗਿਆਨ ਦੀ ਜਾਗ ਹੀ ਲਗਾਉਂਦੀਆਂ ਹਨ, ਇਹਨਾਂ ਨੂੰ ਅੰਤਰ ਗਿਆਨ ਸਮਝ ਲੈਣਾ ਭੁੱਲ ਹੁੰਦੀ ਹੈ। ਗਿਆਨ ਦੀ ਕਮਾਈ ਕਰਨ ਲਈ ਵੱਖਰੇ ਯਤਨ ਕਰਨੇ ਪੈਂਦੇ ਹਨ। ਜਦੋਂ ਮਨੁੱਖ ਆਪਣੇ ਅੰਦਰ ਛੁਪੀਆਂ ਸ਼ਕਤੀਆਂ ਤੋਂ ਜਾਣੂ ਹੋ ਜਾਂਦਾ ਹੈ, ਉਹ ਆਪ ਮੁਹਾਰੇ ਉਸ ਉਸਾਰੂ ਅਤੇ ਕਲਿਆਣਮਈ ਕਾਰਜਾਂ ਵਿੱਚ ਰੁੱਝ ਜਾਂਦਾ ਹੈ। ਇਸ ਪੁਸਤਕ ਦਾ ਉਦੇਸ਼ ਤੁਹਾਨੂੰ ਤੁਹਾਡੇ ਅੰਦਰ ਛੁਪੀਆਂ ਹੋਈਆਂ ਤੁਹਾਡੀਆਂ ਅਸੀਮ ਸ਼ਕਤੀਆਂ ਤੋਂ ਜਾਣੂ ਕਰਵਾਉਣਾ ਹੈ। ਇਹਨਾਂ ਸ਼ਕਤੀਆਂ ਤੋਂ ਜਾਣੂ ਹੋ ਕੇ ਆਪਣੀ ਕਿਸਮਤ ਦੇ ਨਿਰਮਾਤਾ ਤੁਸੀਂ ਆਪ ਬਣ ਜਾਓਗੇ। ਸੋ ਦੋਸਤੋ, ਮੁੱਢਲੇ ਸ਼ਬਦ ਖਤਮ ਹੁੰਦੇ ਹਨ। ਹੁਣ ਆਪਾਂ ਸ਼ੁਰੂ ਕਰਦੇ ਹਾਂ ਇਸ ਦਾ ਪਹਿਲਾ ਲੈਸਨ, ਉਦਮ ਅਤੇ ਉਤਸ਼ਾਹ। ਅਸੀਂ ਕਿਸੇ ਨੂੰ ਉਦੋਂ ਤੱਕ ਸੁੰਦਰ ਨਹੀਂ ਸਮਝਦੇ ਜਦੋਂ ਤੱਕ ਉਹ ਸਾਡੇ ਵੱਲ ਪ੍ਰਵਾਨਗੀ ਭਰੀ ਮੁਸਕਰਾਹਟ ਨਾਲ ਵੇਖਣ ਦਾ ਉਦਮ ਨਾ ਕਰੇ। ਉਸ ਦੀ ਅਜਿਹੀ ਤੱਕਣੀ ਸਾਡੇ ਵਿੱਚ ਪ੍ਰਸੰਨਤਾ ਅਤੇ ਸਾਡੇ ਆਲੇ ਦੁਆਲੇ ਵਿੱਚ ਉਤਸ਼ਾਹ ਦਾ ਵਾਤਾਵਰਣ ਸਿਰਜਦੀ ਹੈ। ਨਿਰਸੰਦੇਹ ਸੋਹਣੀ ਇਸਤਰੀ ਦੇ ਮਨ ਦੀ ਦੁਨੀਆ ਵਿੱਚ ਉਦਮ ਨਾਲ ਹੀ ਦਾਖਲ ਹੋਇਆ ਜਾ ਸਕਦਾ ਹੈ। ਉਤਸ਼ਾਹ ਤੋਂ ਬਿਨਾਂ ਉਸ ਦੀ ਪ੍ਰਵਾਨਗੀ ਵਾਲੀ ਨਜ਼ਰ ਥੱਲੇ ਆਉਣਾ ਸੰਭਵ ਨਹੀਂ ਹੁੰਦਾ। ਜਦੋਂ ਕੋਈ ਇਸਤਰੀ ਤੁਹਾਡੇ ਵਰਗੇ ਕਿਸੇ ਪੁਰਸ਼ ਦੀ ਪ੍ਰੇਮਿਕਾ ਬਣਦੀ ਹੈ ਤਾਂ ਤੁਹਾਡਾ ਉਦਮ ਅਤੇ ਉਸ ਦਾ ਉਤਸ਼ਾਹ, ਜਾਂ ਤੁਹਾਡਾ ਉਤਸ਼ਾਹ ਅਤੇ ਉਸ ਦਾ ਉਦਮ ਕਿੱਕਲੀ ਕਲੀਰ ਪਾਉਂਦੇ ਹਨ ਅਤੇ ਦੋਵੇਂ ਧਿਰਾਂ ਕਲਪਨਾ ਅਤੇ ਅਨੁਭਵ ਦੀਆਂ ਨਵੀਆਂ ਸਿਖਰਾਂ ਛੂਹਦੀਆਂ ਹਨ। ਇਵੇਂ ਉਦਮ ਅਤੇ ਉਤਸ਼ਾਹ ਇੱਕ ਦੂਜੇ ਨੂੰ ਤਾਲ ਦਿੰਦੇ ਹਨ। ਇੱਕ ਦੂਜੇ ਦੀ ਤਾਲ ਵਿੱਚ ਨੱਚਣ ਦੀ ਇਹ ਤਾਂਘ ਹੀ ਸਾਨੂੰ ਉਡਾਈ ਫਿਰਦੀ ਹੈ।
ਉਦਮ ਅਤੇ ਉਤਸ਼ਾਹ ਉਹ ਢਾਲਾਂ ਹਨ ਜਿਨ੍ਹਾਂ ਨਾਲ ਅਸੀਂ ਜ਼ਿੰਦਗੀ ਦੇ ਵਾਰ ਸਹਿੰਦੇ ਹਾਂ। ਇਵੇਂ ਹੀ ਉਦਮ ਅਤੇ ਉਤਸ਼ਾਹ ਸਾਡੀ ਕਮਾਨ ਦੇ ਉਹ ਦੋ ਸਿਰੇ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੇ ਇਰਾਦਿਆਂ ਦੇ ਤੀਰ ਦੂਰ ਦਮੇਲਾਂ ਵੱਲ ਸੇਧਦੇ ਹਾਂ। ਬੱਚੇ ਪਤੀ ਪਤਨੀ ਦੇ ਸਾਂਝੇ ਉਦਮਾਂ ਦਾ ਹੀ ਫਲ ਹੁੰਦੇ ਹਨ। ਜਦੋਂ ਕੋਈ ਇਸਤਰੀ ਮਾਂ ਬਣਦੀ ਹੈ ਤਾਂ ਆਪਣੇ ਹੋਰ ਅਨੇਕਾਂ ਕੰਮਾਂ ਦੇ ਨਾਲ ਉਸ ਵਿੱਚ ਬੱਚੇ ਨੂੰ ਪਾਲਣ ਦੇ ਉਦਮ ਅਤੇ ਉਤਸ਼ਾਹ ਆਪ ਮੁਹਾਰੇ ਪੈਦਾ ਹੋ ਜਾਂਦੇ ਹਨ। ਇਸਤਰੀ ਭਾਵੇਂ ਸਾਰੇ ਖੇਤਰਾਂ ਵਿੱਚ ਕਿਸੇ ਨਾ ਕਿਸੇ ਉੱਤੇ ਨਿਰਭਰ ਹੁੰਦੀ ਹੈ, ਪਰ ਬੱਚੇ ਨੂੰ ਜਨਮ ਦੇਣ ਦੇ ਪੱਖੋਂ ਉਹ ਪੂਰਨ ਭਾਂਤ ਸੁਤੰਤਰ ਹੈ। ਉਸ ਦੇ ਇਸ ਕਾਰਜ ਵਿੱਚ ਨਾ ਕੋਈ ਦਖਲ ਦਿੰਦਾ ਹੈ ਅਤੇ ਨਾ ਉਹ ਕੋਈ ਦਖਲ ਸਹਿਣ ਕਰਦੀ ਹੈ। ਉਹ ਉਤਸ਼ਾਹ ਦੀ ਫੁਹਾਰ ਵਿੱਚ ਭਿੱਜਦੀ ਰਹਿੰਦੀ ਹੈ। ਸਕੇ ਭਰਾਵਾਂ ਨਾਲੋਂ ਜੇ ਚਾਚੇ ਤਾਏ ਦੇ ਪੁੱਤਰ ਰਲ ਕੇ ਚੱਲਣ ਦਾ ਉਦਮ ਕਰਨ ਤਾਂ ਸਾਡੇ ਪੇਂਡੂ ਸਮਾਜ ਵਿੱਚ ਉਹਨਾਂ ਨੂੰ ਹੋਰ ਵੀ ਵੱਡੀ ਤਾਕਤ ਸਮਝਿਆ ਜਾਂਦਾ ਹੈ। ਇਸਤਰੀ ਉਸੇ ਅਨੁਪਾਤ ਵਿੱਚ ਪਿਆਰ ਮੋੜਦੀ ਹੈ ਜਿਤਨੇ ਉਦਮ ਨਾਲ ਉਸ ਦਾ ਪਿਆਰ ਪ੍ਰਾਪਤ ਕਰਨ ਦਾ ਉਪਰਾਲਾ ਕੀਤਾ ਗਿਆ ਹੋਵੇ। ਜਿਹੜੇ ਆਪਣੀ ਪ੍ਰੇਮਿਕਾ ਲਈ ਵਧੇਰੇ ਖਤਰੇ ਮੁੱਲ ਲੈਂਦੇ ਹਨ ਉਹਨਾਂ ਨੂੰ ਮਿਲਣੀ ਦਾ ਨਿੱਘ ਵੀ ਵਧੇਰੇ ਮਿਲਦਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਪਿਆਰ ਉਹ ਅਨੁਭਵ ਹੈ ਜਿਸ ਵਿੱਚ ਦੋਹਾਂ ਧਿਰਾਂ ਨੇ ਇੱਕ ਦੂਜੇ ਵਿੱਚੋਂ ਲੰਘਣਾ ਹੁੰਦਾ ਹੈ, ਆਰ ਪਾਰ ਹੋਣਾ ਹੁੰਦਾ ਹੈ। ਜੰਗ ਵਿੱਚ ਹਰ ਕਿਸੇ ਨੂੰ ਬਹਾਦਰੀ ਵਿਖਾਉਣ ਦਾ ਅਵਸਰ ਮਿਲਦਾ ਹੈ। ਇਹੀ ਨੇਮ ਜੀਵਨ ਵਿੱਚ ਵੀ ਲਾਗੂ ਹੁੰਦਾ ਹੈ। ਉਦਮ ਤੋਂ ਬਿਨਾਂ ਉਦੇਸ਼ ਕੇਵਲ ਇੱਕ ਇੱਛਾ ਬਣ ਕੇ ਰਹਿ ਜਾਂਦਾ ਹੈ। ਕਹਿੰਦੇ ਹਨ ਜੇ ਨੀਅਤ ਸਿੱਧੀ ਹੋਵੇ ਤਾਂ ਗਲਤ ਰਸਤਾ ਵੀ ਠੀਕ ਥਾਂ ਪਹੁੰਚਾ ਦਿੰਦਾ ਹੈ। ਪਿਤਾ ਜੀ ਕਿਹਾ ਕਰਦੇ ਸਨ ਕਿ ਮਨੁੱਖ ਅਨੁਭਵ ਦੇ ਜਿਸ ਪੜਾਅ ਤੇ ਹੋਵੇ ਉਸ ਤੋਂ ਅਗਲੇਰਾ ਪੜਾਅ ਉਸ ਨੂੰ ਅਸੀਸ ਦਿੰਦਾ ਰਹਿੰਦਾ ਹੈ। ਕਹਿਣ ਵਾਲੇ ਕਹਿੰਦੇ ਹਨ ਕਿ ਪਹਿਲਾਂ ਫੈਸਲਾ ਕਰ ਲਵੋ ਕਿ ਇਹ ਕੰਮ ਕਰਨਾ ਹੈ, ਫਿਰ ਮਨ, ਢੰਗ, ਤਰੀਕਾ ਤੇ ਸਮਾਂ ਆਪੇ ਲੱਭ ਲਵੇਗਾ। ਨਿਰਸੰਦੇਹ ਹਰ ਕੌਮ ਆਪਣੇ ਉਦਮੀ ਨਾਇਕਾਂ ਦੇ ਮੋਢਿਆਂ ਤੇ ਉਸਰੀ ਹੁੰਦੀ ਹੈ। ਇਹਨਾਂ ਨਾਇਕਾਂ ਨੇ ਸਾਡੇ ਦੇਸ਼ ਨੂੰ ਬਣਾਇਆ ਉਸਾਰਿਆ ਹੀ ਨਹੀਂ ਹੁੰਦਾ, ਸਗੋਂ ਇਸ ਵਿੱਚ ਰੂਹਾਨੀ ਅਤੇ ਇਖਲਾਕੀ ਸ਼ਕਤੀ ਵੀ ਭਰੀ ਹੁੰਦੀ ਹੈ। ਇਖਲਾਕ ਤੋਂ ਸੱਖਣਾ ਉਦਮ ਕੋਰਾ ਪਖੰਡ ਹੁੰਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਲੋਕ ਧੋਖੇਬਾਜ਼ ਹੋ ਜਾਣ ਤਾਂ ਅਸੀਂ ਜਾਇਦਾਦਾਂ ਅਤੇ ਚੀਜ਼ਾਂ ਵਸਤਾਂ ਵਿੱਚੋਂ ਤਸੱਲੀ ਭਾਲਦੇ ਹਾਂ। ਜਦੋਂ ਤੱਕ ਸਾਡੇ ਵਿੱਚ ਦੂਜਿਆਂ ਨਾਲ ਸਹਿਮਤ ਹੋਣ ਦਾ ਉਤਸ਼ਾਹ ਨਹੀਂ ਜਾਗਦਾ ਅਤੇ ਆਪਣੀ ਅਗਿਆਨਤਾ ਕਿਸੇ ਦੇ ਗਿਆਨ ਨਾਲ ਵਟਾਉਣ ਦਾ ਉਦਮ ਨਹੀਂ ਉਪਜਦਾ, ਉਦੋਂ ਤੱਕ ਨਾ ਸਾਡੇ ਵਿਚਾਰ ਸਿੱਧੇ ਹੁੰਦੇ ਹਨ ਅਤੇ ਨਾ ਹੀ ਸਾਡੇ ਵਿੱਚ ਸਹਿਜਰਤਾ ਅਤੇ ਸਾਊਪੁਣਾ ਉਪਜਦੇ ਹਨ। ਉਦਮ ਚੰਗਾ ਕੰਮ ਕਰਨ ਦੇ ਉਸ ਯਤਨ ਨੂੰ ਕਹਿੰਦੇ ਹਨ ਜਿਹੜਾ ਕਰਨ ਦੀ ਇੱਛਾ ਸਾਡੇ ਅੰਦਰੋਂ ਆ ਮੁਹਾਰੇ ਉਪਜਦੀ ਹੈ। ਕਿਸੇ ਦੇ ਕਹਿਣ ਉੱਤੇ ਕੀਤਾ ਕੰਮ ਉਦਮ ਨਹੀਂ ਹੁੰਦਾ। ਉਦਮ ਕੁਝ ਕਰ ਵਿਖਾਉਣ ਦੀ ਇੱਛਾ ਦਾ ਅੰਦਰੋਂ ਫੁੱਟਿਆ ਚਸ਼ਮਾ ਹੈ, ਇਹ ਬਾਹਰੋਂ ਪੈਣ ਵਾਲਾ ਮੀਂਹ ਨਹੀਂ। ਉਦਮ ਦੀ ਹਰ ਖੇਤਰ ਵਿੱਚ ਪ੍ਰਸ਼ੰਸਾ ਹੁੰਦੀ ਹੈ। ਸੂਰਜ ਉਦਮ ਦਾ ਪ੍ਰਤੀਕ ਹੈ। ਉਦਮ ਵਿਅਕਤੀਗਤ ਅਤੇ ਵਿਲੱਖਣ ਹੁੰਦਾ ਹੈ। ਉਤਸ਼ਾਹ ਚੰਗਾ ਕੰਮ ਕਰਨ ਦੇ ਉਸ ਯਤਨ ਨੂੰ ਕਹਿੰਦੇ ਹਨ ਜਿਹੜਾ ਕਿਸੇ ਦੇ ਪ੍ਰੇਰਿਆਂ ਕੀਤਾ ਜਾਵੇ। ਅਜਿਹੇ ਕੰਮ ਦੀ ਪ੍ਰਵਾਨਗੀ ਅਤੇ ਸਰਾਹਨਾ ਹੁੰਦੀ ਹੈ, ਪਰ ਪ੍ਰਸ਼ੰਸਾ ਉਦਮ ਦੀ ਹੀ ਹੁੰਦੀ ਹੈ। ਉਤਸ਼ਾਹ ਸਮੂਹਿਕ ਹੁੰਦਾ ਹੈ। ਸੂਰਜ ਦੀ ਪ੍ਰੇਰਨਾ ਨਾਲ ਚਮਕਦਾ ਚੰਦਰਮਾ ਉਤਸ਼ਾਹ ਦਾ ਪ੍ਰਤੀਕ ਹੈ। ਉਦਮ ਅਤੇ ਉਤਸ਼ਾਹ ਨਾਲ ਵਿਅਕਤੀ ਅਤੇ ਸਮਾਜ ਦੋਵੇਂ ਸ਼ਕਤੀਸ਼ਾਲੀ ਹੁੰਦੇ ਹਨ। ਕੋਈ ਵੀ ਚੰਗਾ ਕੰਮ ਅਜਿਹਾ ਨਹੀਂ ਹੁੰਦਾ ਜਿਸ ਦਾ ਸਮਾਜ ਨੂੰ ਲਾਭ ਹੁੰਦਾ ਹੋਵੇ ਅਤੇ ਕਰਨ ਵਾਲੇ ਨੂੰ ਨੁਕਸਾਨ। ਕਈਆਂ ਦੀ ਆਦਤ ਹੁੰਦੀ ਹੈ ਕਿ ਉਹ ਕੰਮ ਉਦੋਂ ਹੀ ਕਰਦੇ ਹਨ ਜਦੋਂ ਸਥਿਤੀ ਉਹਨਾਂ ਨੂੰ ਮਜਬੂਰ ਕਰਦੀ ਹੈ ਅਤੇ ਧੱਕੇ ਮਾਰਦੀ ਹੈ। ਅਜਿਹੇ ਕੰਮ ਨੂੰ ਨਾ ਪ੍ਰਵਾਨਗੀ ਮਿਲਦੀ ਹੈ ਅਤੇ ਨਾ ਅਜਿਹੇ ਕੰਮ ਦੀ ਪ੍ਰਸ਼ੰਸਾ ਹੁੰਦੀ ਹੈ। ਅਜਿਹੇ ਕੰਮ ਦੀ ਪੱਧਰ ਵੀ ਉੱਚੀ ਨਹੀਂ ਹੁੰਦੀ। ਸਾਨੂੰ ਉਹੀ ਪ੍ਰੇਰਦੇ ਹਨ ਜਿਨ੍ਹਾਂ ਵਿੱਚ ਆਪਣਾ ਕੰਮ ਆਪ ਕਰਨ ਦੀ ਯੋਗਤਾ ਹੁੰਦੀ ਹੈ। ਇਹ ਵਿਅਕਤੀ ਨਵੇਂ ਰਾਹਾਂ ਤੇ ਚੱਲਦੇ ਹਨ ਅਤੇ ਨਵੀਆਂ ਪੈੜਾਂ ਛੱਡਦੇ ਹਨ। ਸਰੀਰਕ ਸ਼ਕਤੀ ਜਾਂ ਬੌਧਿਕ ਸ਼ਕਤੀ ਆਪਣੇ ਆਪ ਵਿੱਚ ਕੋਈ ਅਰਥ ਨਹੀਂ ਰੱਖਦੀ। ਅਰਥ ਤਾਂ ਇਹਨਾਂ ਦੀ ਵਰਤੋਂ ਵਿੱਚੋਂ ਜਨਮਦੇ ਹਨ। ਜੇ ਉਦੇਸ਼ ਸੁਹਿਰਦ, ਸੱਚੇ ਅਤੇ ਸਪਸ਼ਟ ਅਤੇ ਨਿਸ਼ਚਿਤ ਨਾ ਹੋਣ ਤਾਂ ਵੱਡੇ ਘੱਲੂਘਾਰੇ ਮੁਹਿੰਮਾਂ ਅਤੇ ਮੋਰਚੇ ਵੀ ਸਫਲ ਨਹੀਂ ਹੁੰਦੇ। ਉਦਮ ਉਹ ਯੋਗਤਾ ਹੈ ਜਿਹੜੀ ਮੌਕਿਆਂ ਦੇ ਬੂਹੇ ਖੋਲ੍ਹਦੀ ਹੈ। ਇਸ ਯੋਗਤਾ ਦੀ ਪ੍ਰਾਪਤੀ ਲਈ ਕਿਧਰੇ ਜਾਣ ਦੀ ਲੋੜ ਨਹੀਂ। ਇਹ ਯੋਗਤਾ ਹਰ ਕਿਸੇ ਵਿੱਚ ਹੁੰਦੀ ਹੈ। ਆਪਣੇ ਨਿਤਾ ਪ੍ਰਤੀ ਦੇ ਨਿੱਕੇ ਨਿੱਕੇ ਕੰਮਾਂ ਵਿੱਚ ਵੀ ਉਦਮ ਅਤੇ ਉਤਸ਼ਾਹ ਦਾ ਪ੍ਰਗਟਾਵਾ ਤੁਹਾਡੀ ਉਦਮੀ ਸਮਰੱਥਾ ਨੂੰ ਵਧਾਏਗਾ। ਨਿੱਤ ਦਿਹਾੜੇ ਅਨੇਕਾਂ ਵਿਅਕਤੀ ਤੁਹਾਡੇ ਸੰਪਰਕ ਵਿੱਚ ਆਉਂਦੇ ਹਨ ਜਿਹੜੇ ਤੁਹਾਡੇ ਚੰਗਾ ਜਾਂ ਮਾੜਾ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ। ਜਿਹੜੇ ਕੇਵਲ ਧਨ ਲਈ ਕੰਮ ਕਰਦੇ ਹਨ ਅਤੇ ਜਿਨ੍ਹਾਂ ਨੂੰ ਕੰਮ ਦੇ ਬਦਲੇ ਕੇਵਲ ਧਨ ਮਿਲਦਾ ਹੈ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਨਾ ਉਹ ਪੂਰਾ ਕੰਮ ਕਰਦੇ ਹਨ ਅਤੇ ਨਾ ਹੀ ਉਹਨਾਂ ਨੂੰ ਕੰਮ ਦੇ ਬਦਲੇ ਪੂਰੇ ਪੈਸੇ ਮਿਲਦੇ ਹਨ। ਕੰਮ ਤਾਂ ਦੂਜੇ ਦੇ ਸੰਪਰਕ ਵਿੱਚ ਆਉਣ ਦਾ ਵਸੀਲਾ ਹੁੰਦਾ ਹੈ।
ਦੂਜਿਆਂ ਦੇ ਸੰਪਰਕ ਵਿੱਚ ਤੁਸੀਂ ਕਿਸੇ ਕੰਮ ਰਾਹੀਂ ਹੀ ਆ ਸਕਦੇ ਹੋ। ਵਾਸਤਵ ਵਿੱਚ ਤੁਹਾਡੀ ਯੋਗਤਾ ਦੂਜਿਆਂ ਨੂੰ ਤੁਹਾਡੇ ਕੋਲ ਖਿੱਚ ਲਿਆਉਂਦੀ ਹੈ। ਇਹ ਯੋਗਤਾ ਉਦਮ ਤੋਂ ਬਿਨਾਂ ਪੈਦਾ ਨਹੀਂ ਹੁੰਦੀ। ਯੋਗਤਾ ਦੀਆਂ ਸੀਮਾਵਾਂ ਤੁਹਾਡੀ ਕਲਪਨਾ, ਅਨੁਭਵ, ਅਭਿਆਸ ਅਤੇ ਸੋਚ ਦੀਆਂ ਹੀ ਨਿਰਧਾਰਤ ਕੀਤੀਆਂ ਹੁੰਦੀਆਂ ਹਨ। ਵੇਖਿਆ ਗਿਆ ਹੈ ਕਿ ਜਿਹੜੇ ਪ੍ਰਸੰਨਤਾ ਨਾਲ ਕੰਮ ਕਰਦੇ ਹਨ ਉਹਨਾਂ ਦਾ ਵਕਤ ਉਹਨਾਂ ਤੇ ਬੋਝ ਨਹੀਂ ਬਣਦਾ ਤੇ ਉਹਨਾਂ ਦਾ ਸਮਾਂ ਅਸ਼ੋਪਲੇ ਹੀ ਲੰਘ ਜਾਂਦਾ। ਇਹ ਵੀ ਵੇਖਿਆ ਗਿਆ ਹੈ ਕਿ ਜੇ ਤੁਸੀਂ ਕਿਸੇ ਕੰਮ ਵਿੱਚ ਨਿਪੁੰਨ ਹੋ ਜਾਵੋਗੇ ਤਾਂ ਉਹ ਕੰਮ ਦੂਜਿਆਂ ਨੂੰ ਸਿਖਾਉਣ ਦੀ ਉਦਾਰਤਾ, ਉਦਮ ਅਤੇ ਅਮੀਰੀ ਤੁਹਾਡੇ ਵਿੱਚ ਮੁਹਾਰੇ ਆ ਜਾਵੇਗੀ। ਜਿਵੇਂ ਮਾਂ ਬੱਚੇ ਨੂੰ ਪੌੜੀਆਂ ਚੜ੍ਹਨਾ ਸਿਖਾਉਂਦੀ ਹੈ, ਜਿਵੇਂ ਅਧਿਆਪਕ ਵਿਦਿਆਰਥੀਆਂ ਨੂੰ ਫਾਰਮੂਲੇ ਸਿਖਾਉਂਦੇ ਹਨ। ਜਿਨ੍ਹਾਂ ਵਿੱਚ ਕੁਝ ਕਰਨ ਦੀ ਯੋਗਤਾ ਨਹੀਂ ਹੁੰਦੀ ਉਹ ਬਹਿਸ ਕਰਦੇ ਹਨ। ਉਹੀ ਦੇਸ਼, ਧਰਮ ਜਾਂ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਬਦਲਦੀਆਂ ਹਾਲਤਾਂ ਨਾਲ ਬਦਲਣ ਦਾ ਉਦਮ ਕਰਦੀਆਂ ਹਨ। ਜਿਹੜੀਆਂ ਕੌਮਾਂ ਅਜਿਹਾ ਨਹੀਂ ਕਰ ਸਕਦੀਆਂ ਉਹ ਗੈਰ ਇਖਲਾਕੀ ਸਮਝੌਤੇ ਕਰਦੀਆਂ ਹਨ। ਉਹਨਾਂ ਤੋਂ ਜ਼ਿੰਦਗੀ ਦਾ ਉਦੇਸ਼ ਗਵਾਚ ਜਾਂਦਾ ਹੈ ਅਤੇ ਉਹਨਾਂ ਦੀ ਕੇਵਲ ਪਿੱਠ ਹੀ ਵਿਖਾਈ ਦਿੰਦੀ ਹੈ। ਬਿਨਾਂ ਨਿਗਰਾਨੀ ਦੇ ਕੰਮ ਕਰਨ ਨਾਲ, ਦੂਜਿਆਂ ਦੇ ਕਹਿਣ ਤੋਂ ਬਿਨਾਂ ਅਤੇ ਆਪ ਮੁਹਾਰੇ ਕੰਮ ਕਰਨ ਨਾਲ ਜਿਤਨੇ ਪੈਸੇ ਮਿਲਣ ਉਸ ਨਾਲੋਂ ਵਧੇਰੇ ਕੰਮ ਕਰਨ ਨਾਲ ਨਾ ਕੇਵਲ ਸਾਡੇ ਕੰਮ ਦੀ ਪੱਧਰ ਸੁਧਰਦੀ ਹੈ ਸਗੋਂ ਸਾਡੀ ਸੂਝ ਅਤੇ ਸਾਡੇ ਅਨੁਭਵ ਦਾ ਪਿੜ ਵੀ ਮੋਕਲਾ ਹੁੰਦਾ ਹੈ। ਜਿਸ ਕੰਮ ਵਿੱਚ ਤੁਸੀਂ ਤਾਕ ਹੋ ਉਸ ਕੰਮ ਵਿੱਚ ਦੂਜਿਆਂ ਨੂੰ ਤਾਕ ਕਰੋ। ਤੁਹਾਡੀ ਸਮਰੱਥਾ, ਯੋਗਤਾ ਤੇ ਤਾਕਤ ਵੱਧ ਜਾਵੇਗੀ। ਜਦੋਂ ਅਸੀਂ ਦੂਜਿਆਂ ਨੂੰ ਕੁਝ ਸਿਖਾਉਂਦੇ ਹਾਂ ਤਾਂ ਅਸੀਂ ਆਪ ਵੀ ਸਿੱਖਦੇ ਹਾਂ। ਅਧਿਆਪਕ ਜਾਣਦੇ ਹਨ ਕਿ ਉਹਨਾਂ ਨੂੰ ਉਹਨਾਂ ਪੁਸਤਕਾਂ ਦੇ ਹੀ ਡੂੰਘੇ ਅਰਥਾਂ ਦੀ ਸਮਝ ਪੈਂਦੀ ਹੈ ਜਿਹੜੀਆਂ ਉਹ ਕਲਾਸਾਂ ਵਿੱਚ ਪੜ੍ਹਾਉਂਦੇ ਹਨ। ਵੇਖਿਆ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਨਵਾਂ ਧਰਮ ਧਾਰਨ ਕਰਦਾ ਹੈ, ਨਵੀਂ ਥਾਂ ਪਲਾਟ ਖਰੀਦਦਾ ਹੈ ਜਾਂ ਗਿਆਨ ਪ੍ਰਾਪਤੀ ਦੀ ਕਿਸੇ ਨਵੀਂ ਲੀਹ ਤੇ ਪੈਂਦਾ ਹੈ ਤਾਂ ਉਹ ਅਜਿਹਾ ਕਰਨ ਲਈ ਦੂਜਿਆਂ ਨੂੰ ਵੀ ਪ੍ਰੇਰਦਾ ਹੈ। ਦੂਜਿਆਂ ਦੇ ਕੰਮਾਂ ਵਿੱਚ ਨੁਕਸ ਕੱਢਣ ਦੀ ਥਾਂ ਉਹਨਾਂ ਸਾਹਮਣੇ ਚੰਗੇਰੇ ਕੰਮ ਕਰਕੇ ਉਦਾਹਰਣ ਸਥਾਪਿਤ ਕਰਨ ਨਾਲ ਦੂਜਿਆਂ ਦੇ ਕੰਮ ਦੀ ਪੱਧਰ ਵੀ ਤੁਹਾਡੀ ਤਸੱਲੀ ਅਨੁਸਾਰ ਉਚੇਰੀ ਹੋ ਜਾਵੇਗੀ। ਮਨੁੱਖ ਵਿੱਚ ਚੰਗੇਰਾ ਬਣਨ ਦੀ, ਚੰਗੇਰਾ ਕਾਮਾ ਬਣਨ ਦੀ, ਚੰਗੇਰਾ ਪਿਤਾ ਅਤੇ ਚੰਗਾ ਦੋਸਤ ਬਣਨ ਦੀ ਸੁਭਾਵਿਕ ਇੱਛਾ ਹੁੰਦੀ ਹੈ। ਲੋੜ ਚੰਗੀਆਂ ਉਦਾਹਰਣਾਂ ਦੀ ਹੁੰਦੀ ਹੈ। ਚੰਗੀਆਂ ਉਦਾਹਰਣਾਂ ਸਾਡੇ ਵਿੱਚ ਉਦਮ ਅਤੇ ਉਤਸ਼ਾਹ ਉਪਜਾਉਂਦੀਆਂ ਹਨ। ਜਦੋਂ ਅਸੀਂ ਦੂਜਿਆਂ ਨੂੰ ਕੁਝ ਕਹਿੰਦੇ ਹਾਂ ਤਾਂ ਆਪਣੇ ਕਹੇ ਨੂੰ ਅਸੀਂ ਆਪ ਵੀ ਸੁਣਦੇ ਹਾਂ। ਸਾਡੇ ਉੱਤੇ ਵੀ ਆਪਣੀਆਂ ਕਹੀਆਂ ਗੱਲਾਂ ਦਾ ਪ੍ਰਭਾਵ ਪੈਂਦਾ ਹੈ। ਆਪਣੇ ਆਗੂ, ਪ੍ਰਸ਼ੰਸਕ ਅਤੇ ਕਦਰਦਾਨ ਅਸੀਂ ਆਪ ਹੀ ਹੁੰਦੇ ਹਾਂ। ਆਪਣੇ ਦੁਸ਼ਮਣ ਵੀ ਅਸੀਂ ਆਪ ਹੀ ਹੁੰਦੇ ਹਾਂ। ਆਗੂ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲੇ ਉਹ ਜਿਹੜੇ ਆਪਣੇ ਆਪ ਨੂੰ ਸਾਡੇ ਉੱਤੇ ਠੋਸਦੇ ਹਨ। ਦੂਜੇ ਉਹ ਜਿਨ੍ਹਾਂ ਨੂੰ ਅਸੀਂ ਆਪ ਚੁਣਦੇ ਹਾਂ। ਨੈਪੋਲੀਅਨ ਅਤੇ ਲਿੰਕਨ ਦੋਵੇਂ ਜੰਗ ਦੇ ਮੈਦਾਨ ਵਿੱਚ ਗਏ ਸਨ ਪਰ ਉਹਨਾਂ ਦੇ ਉਦੇਸ਼ ਵੱਖਰੇ ਸਨ। ਨੈਪੋਲੀਅਨ ਦਾ ਉਦੇਸ਼ ਆਜ਼ਾਦ ਕੌਮਾਂ ਨੂੰ ਗੁਲਾਮ ਬਣਾਉਣਾ ਸੀ। ਲਿੰਕਨ ਦਾ ਉਦੇਸ਼ ਗੁਲਾਮਾਂ ਨੂੰ ਆਜ਼ਾਦ ਕਰਨਾ ਸੀ। ਲਿੰਕਨ ਵਿੱਚ ਹੌਸਲਾ ਸੀ, ਨੈਪੋਲੀਅਨ ਵਿੱਚ ਬਹਾਦਰੀ ਸੀ। ਹੌਸਲਾ ਬਹਾਦਰੀ ਨਾਲੋਂ ਵੱਖਰੀ ਚੀਜ਼ ਹੁੰਦੀ ਹੈ। ਬਹਾਦਰੀ ਡਰ ਤੋਂ ਉੱਪਰ ਉੱਠਣ ਦੀ ਸਥਿਤੀ ਹੈ, ਪਰੰਤੂ ਹੌਸਲਾ ਚਰਿੱਤਰ ਦੀ ਉਸ ਸ਼ਕਤੀ ਅਤੇ ਆਤਮਾ ਦੀ ਉਸ ਅਮੀਰੀ ਨੂੰ ਕਹਿੰਦੇ ਹਨ ਜਿਹੜੀ ਡਰ ਨੂੰ ਪਛਾਣਨ ਤੋਂ ਬਾਅਦ ਮਨੁੱਖ ਨੂੰ ਅੱਖਾਂ ਖੋਲ੍ਹ ਕੇ ਅੱਗੇ ਵਧਣ ਅਤੇ ਆਪਣੇ ਆਦਰਸ਼ਾਂ ਨੂੰ ਅਮਲੀ ਰੂਪ ਦੇਣ ਦਾ ਉਦਮ ਅਤੇ ਉਤਸ਼ਾਹ ਦਿੰਦੀ ਹੈ। ਤੁਸੀਂ ਜਦੋਂ ਵੀ ਕੋਈ ਉਦਮ ਕਰੋਗੇ ਪਹਿਲਾਂ ਤੁਹਾਡੀ ਵਿਰੋਧਤਾ ਹੋਵੇਗੀ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜੇ ਤੁਹਾਡੇ ਉਦਮ ਦੀ ਪੱਧਰ ਦਰਮਿਆਨੀ ਹੈ ਨਾ ਤਾਂ ਤੁਹਾਡੀ ਨਿੰਦਾ ਹੋਵੇਗੀ ਤੇ ਨਾ ਹੀ ਪ੍ਰਸ਼ੰਸਾ। ਜਦੋਂ ਤੁਹਾਡੇ ਉਦਮ ਦੀ ਵਿਰੋਧਤਾ ਹੋਵੇਗੀ ਉਦੋਂ ਹੀ ਕਿਸੇ ਪਾਸੇ ਤੋਂ ਪ੍ਰਸ਼ੰਸਾ ਵੀ ਹੋਵੇਗੀ। ਉਦਮ ਹੋਣ ਕਰਕੇ ਵਿਰੋਧਤਾ ਦਾ ਕਾਰਨ ਬਣਦਾ ਹੈ ਅਤੇ ਉਦਮ ਹੋਣ ਕਰਕੇ ਹੀ ਪ੍ਰਸ਼ੰਸਾ ਦਾ ਕਾਰਨ ਵੀ ਬਣਦਾ ਹੈ। ਸੰਸਾਰ ਵਿੱਚ ਕੋਈ ਵੀ ਉਦਮੀ ਅਜਿਹਾ ਨਹੀਂ ਹੋਇਆ ਜਿਸ ਦਾ ਅਪਮਾਨ ਅਤੇ ਵਿਰੋਧ ਨਾ ਹੋਇਆ ਹੋਵੇ। ਸੰਸਾਰ ਦੇ ਪਹਿਲੇ ਹਵਾਈ ਜਹਾਜ਼ ਅਤੇ ਦੁਨੀਆ ਦੀ ਪਹਿਲੀ ਰੇਲ ਗੱਡੀ ਦਾ ਲੋਕਾਂ ਨੇ ਮਖੌਲ ਉਡਾਇਆ ਸੀ। ਨਵੇਂ ਫੈਸ਼ਨ ਦਾ ਮੁੱਢ ਵਿੱਚ ਮਖੌਲ ਉਡਾਇਆ ਜਾਂਦਾ ਹੈ ਪਰ ਹੌਲੀ-ਹੌਲੀ ਸਾਰੇ ਉਸ ਫੈਸ਼ਨ ਨੂੰ ਅਪਣਾ ਲੈਂਦੇ ਹਨ। ਲੋਕਾਂ ਦਾ ਸੁਭਾਅ ਹੈ ਕਿ ਉਹ ਹਰ ਨਵੀਂ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ, ਪਰ ਜਦੋਂ ਉਹਨਾਂ ਨੂੰ ਨਵੀਂ ਚੀਜ਼ ਜਾਂ ਨਵੇਂ ਉਦਮ ਵਿੱਚ ਵਿਸ਼ਵਾਸ ਹੋ ਜਾਵੇ ਤਾਂ ਉਹ ਉਸ ਦੀ ਪ੍ਰਸ਼ੰਸਾ ਕਰਨ ਵਾਲਿਆਂ ਦੀ ਸੰਗਤ ਵਿੱਚ ਖੁਸ਼ ਹੁੰਦੇ ਹਨ। ਸੰਸਾਰ ਦੇ ਸਾਰੇ ਲੋਕਾਂ ਨੂੰ ਉਦਮੀ ਅਤੇ ਆਲਸੀ ਲੋਕਾਂ ਦੀਆਂ ਵੰਨਗੀਆਂ ਵਿੱਚ ਵੰਡਿਆ ਜਾ ਸਕਦਾ ਹੈ ਅਤੇ ਇਹਨਾਂ ਨੂੰ ਪਛਾਣਨਾ ਬੜਾ ਸੌਖਾ ਹੈ। ਲੰਮੀ ਤਿਆਰੀ ਤੋਂ ਬਿਨਾਂ ਉਦਮ ਸੰਭਵ ਨਹੀਂ ਹੁੰਦਾ। ਉਦਮ ਦੀ ਪਹਿਲੀ ਸ਼ਰਤ ਚੰਗੀ ਨਰੋਈ ਸਿਹਤ ਹੈ। ਭਾਵੇਂ ਸਿਹਤ ਹੀ ਸਭ ਕੁਝ ਨਹੀਂ ਹੁੰਦੀ ਪਰ ਸਿਹਤ ਤੋਂ ਬਿਨਾਂ ਤਾਂ ਸਭ ਕੁਝ ਵੀ ਕੁਝ ਨਹੀਂ ਹੁੰਦਾ।
ਮੈਲੇ ਕੱਪੜੇ ਪਾ ਕੇ ਅਸੀਂ ਸਵੈ ਭਰੋਸੇ ਅਤੇ ਉਤਸ਼ਾਹ ਦਾ ਪ੍ਰਗਟਾਵਾ ਨਹੀਂ ਕਰ ਸਕਦੇ। ਕੱਪੜੇ ਭਾਵੇਂ ਕਿਹੋ ਜਿਹੇ ਵੀ ਹੋਣ, ਉਹਨਾਂ ਦਾ ਸਾਫ਼ ਹੋਣਾ ਲਾਜ਼ਮੀ ਸ਼ਰਤ ਹੈ। ਇਵੇਂ ਹੀ ਇਹ ਲਾਜ਼ਮੀ ਸ਼ਰਤ ਹੈ ਕਿ ਅਸੀਂ ਮਨੁੱਖਾਂ ਵਿੱਚ ਦਿਲਚਸਪੀ ਲਈਏ। ਦਿਲਚਸਪੀ ਤਾਂ ਸਾਰੇ ਜੀਵ ਜੰਤੂਆਂ ਵਿੱਚ ਵੀ ਲੈਣੀ ਚਾਹੀਦੀ ਹੈ। ਆਪਣੇ ਕੰਮ ਵਿੱਚ ਦਿਲਚਸਪੀ ਸਾਡੀ ਆਪਣੇ ਆਪ ਵਿੱਚ ਦਿਲਚਸਪੀ ਨੂੰ ਜਗਾਵੇਗੀ ਅਤੇ ਇਹ ਦਿਲਚਸਪੀ ਮਿਲਵਰਤਣ ਦੀ ਭਾਵਨਾ ਉਪਜਾਵੇਗੀ। ਮਿਲਵਰਤਣ ਅਜੋਕੇ ਮਨੁੱਖ ਦੀ ਮਜਬੂਰੀ ਹੀ ਨਹੀਂ, ਲੋੜ ਵੀ ਹੈ। ਮਿਲਵਰਤਣ ਦੀ ਭਾਵਨਾ ਤੋਂ ਬਿਨਾਂ ਟੱਬਰ ਜਾਂ ਖਾਨਦਾਨ ਹੀ ਨਹੀਂ, ਦੇਸ਼ ਅਤੇ ਕੌਮਾਂ ਵੀ ਮਿਟ ਜਾਂਦੀਆਂ ਹਨ। ਉਪਰੋਕਤ ਭਾਵਨਾਵਾਂ ਸਾਡੇ ਵਿੱਚ ਸੇਵਾ, ਤਿਆਗ ਅਤੇ ਸਵੈ ਕਾਬੂ ਦੇ ਗੁਣ ਉਸਾਰਦੀਆਂ ਹਨ। ਵੇਖਿਆ ਗਿਆ ਹੈ ਇਸ ਸੰਕਟ ਵਿੱਚ ਸਾਨੂੰ ਉਤਨੀ ਮਦਦ ਦੀ ਲੋੜ ਨਹੀਂ ਹੁੰਦੀ ਜਿਤਨੀ ਹਿੰਮਤ, ਹੌਸਲੇ ਅਤੇ ਉਦਮ ਦੀ ਲੋੜ ਹੁੰਦੀ ਹੈ। ਮੁਸ਼ਕਲਾਂ ਨੇ ਆਪਣੇ ਨੇਮ ਨਾਲ ਸਾਡੇ ਜੀਵਨ ਵਿੱਚ ਆਉਂਦੇ ਰਹਿਣਾ ਹੁੰਦਾ ਹੈ, ਪਰ ਜੇ ਅਸੀਂ ਤਿਆਰ ਹੋਵਾਂਗੇ ਤਾਂ ਮੁਸ਼ਕਲਾਂ ਵੀ ਮੌਕੇ ਬਣ ਜਾਣਗੀਆਂ। ਜਦੋਂ ਕਿਸੇ ਨੂੰ ਪੁੱਛਿਆ ਗਿਆ ਕਿ ਜੀਵਨ ਦੀਆਂ ਮੁਸ਼ਕਲਾਂ ਨੇ ਤੈਨੂੰ ਕੀ ਸਿਖਾਇਆ, ਤਾਂ ਉੱਤਰ ਮਿਲਿਆ, ਵਡੇਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ। ਭਵਿੱਖ ਜਦੋਂ ਵੀ ਸਾਡੇ ਤੱਕ ਅੱਪੜਦਾ ਹੈ, ਵਰਤਮਾਨ ਬਣ ਕੇ ਹੀ ਅੱਪੜਦਾ ਹੈ। ਭਵਿੱਖ ਦੀ ਤਿਆਰੀ ਵਰਤਮਾਨ ਵਿੱਚ ਹੀ ਪਰਖੀ ਜਾਵੇਗੀ। ਸੋ ਚੰਗੇਰੇ ਭਵਿੱਖ ਦੀ ਆਸ ਉਮੀਦ ਵੀ ਉਦਮ ਦਾ ਇੱਕ ਪੱਖ ਹੈ। ਕਲਪਨਾ ਸਾਡੇ ਮਨ ਦਾ ਪਤੰਗ ਹੁੰਦੀ ਹੈ। ਸਧਾਰਨ ਵਿੱਚੋਂ ਅਸਾਧਾਰਣਤਾ ਨੂੰ ਉਜਾਗਰ ਕਰਨਾ ਕਲਪਨਾ ਹੈ। ਵਿਚਾਰ ਕਿਸੇ ਇੱਕ ਵਿਅਕਤੀ ਨਾਲ ਸੰਬੰਧਿਤ ਹੁੰਦਾ ਹੈ, ਜਦਕਿ ਕਲਪਨਾ ਮਾਨਵ ਜਾਤੀ ਦਾ ਸਾਂਝਾ ਉਪਰਾਲਾ ਹੁੰਦੀ ਹੈ। ਕਲਪਨਾ ਦੁਨੀਆ ਉੱਤੇ ਸਾਡੀ ਨਿਰਭਰਤਾ ਨੂੰ ਘਟਾਉਂਦੀ ਹੈ। ਇਹ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਖੇਤਰ ਵਿੱਚ ਦੂਜਿਆਂ ਉੱਤੇ ਨਿਰਭਰ ਰਹਿ ਕੇ ਪ੍ਰਸੰਨ ਨਹੀਂ ਹੋਇਆ ਜਾ ਸਕਦਾ। ਬਾਤਾਂ ਦੇ ਖਜ਼ਾਨਚੀ ਅਮੀਰ ਨਹੀਂ ਹੁੰਦੇ। ਜੰਗਲ ਦੀ ਅੱਗ ਨੂੰ ਫੂਕਾਂ ਮਾਰ ਕੇ ਨਹੀਂ ਬੁਝਾਇਆ ਜਾ ਸਕਦਾ। ਸਾਡੀਆਂ ਬਿਮਾਰੀਆਂ ਅਤੇ ਸਾਡੀਆਂ ਗਰੀਬੀਆਂ ਦਾ ਇਲਾਜ ਸਾਡਾ ਉਦਮ ਹੀ ਹੋ ਸਕਦਾ ਹੈ। ਕਲਪਨਾ ਮਨੁੱਖ ਦੀ ਯੋਗਤਾ ਹੈ। ਅਗਲੇਰਾ ਵਿਕਾਸ ਤਾਂ ਹੀ ਸੰਭਵ ਹੋਵੇਗਾ ਜਦੋਂ ਨਿਰੰਤਰ ਜੱਦੋ-ਜਹਿਦ ਕਰਨ ਵਾਲੀ ਇੱਕ ਪੀੜ੍ਹੀ ਨੀਹਾਂ ਵਿੱਚ ਲੱਗ ਜਾਵੇਗੀ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਉਦਮ ਦਾ ਕੋਈ ਮੌਸਮ ਨਹੀਂ ਹੁੰਦਾ। ਉਦਮ ਦਾ ਨਾ ਆਦ ਹੁੰਦਾ ਹੈ ਅਤੇ ਨਾ ਹੀ ਅੰਤ। ਇਹ ਸਾਡੇ ਮਨ ਦੀ ਅਵਸਥਾ ਹੈ। ਜਿਵੇਂ ਕਿਹਾ ਗਿਆ ਹੈ ਕਿ ਸੂਰਜ ਉਦਮ ਦਾ ਪ੍ਰਤੀਕ ਹੈ। ਸੂਰਜ ਸਦੀਵੀ ਹੈ। ਹਰ ਸਮੇਂ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਸਵੇਰ ਹੋ ਰਹੀ ਹੁੰਦੀ ਹੈ। ਕਿਸੇ ਨਾ ਕਿਸੇ ਹਿੱਸੇ ਵਿੱਚ ਤ੍ਰੇਲ ਦੇ ਮੋਤੀ ਬਣ ਰਹੇ ਹੁੰਦੇ ਹਨ। ਪਲ ਪਲ ਬਦਲਣਾ ਵਿਕਾਸਮਈ ਕੁਦਰਤ ਦਾ ਸਦੀਵੀ ਨੇਮ ਹੈ। ਕੁਦਰਤ ਵਿੱਚ ਸਭ ਕੁਝ ਸਹਿਜ ਸੁਭਾਵਿਕ ਵਾਪਰ ਰਿਹਾ ਹੈ। ਸਾਡੇ ਜੀਵਨ ਵਿੱਚ ਵੀ ਇਵੇਂ ਹੀ ਹੁੰਦਾ ਹੈ। ਝਾਤ ਮਾਰ ਕੇ ਵੇਖੋ, ਤੁਹਾਡੇ ਆਲੇ ਦੁਆਲੇ ਕਈ ਉਦਮੀ ਵਿਅਕਤੀ ਹੋਣਗੇ ਜਿਹੜੇ ਇਹ ਸਾਬਤ ਕਰਦੇ ਰਹਿੰਦੇ ਹਨ ਕਿ ਪੁਨਰ ਵਿਉਂਤ ਨਾਲ ਅਸੀਂ ਨਵੀਆਂ ਸਥਿਤੀਆਂ ਨਾਲ ਬਰ ਮੇਚ ਸਕਦੇ ਹਾਂ। ਹਮਦਰਦੀ ਉਦਮ ਦੀ ਇੱਕ ਕਿਸਮ ਹੈ। ਹਮਦਰਦੀ ਪਿਆਰ ਵਿੱਚੋਂ ਜਨਮਦੀ ਹੈ, ਜਿਸ ਨਾਲ ਅਸੀਂ ਦੂਜੇ ਦਾ ਉਤਨਾ ਦੁੱਖ ਦਰਦ ਚੁੱਕ ਲੈਂਦੇ ਹਾਂ ਕਿ ਬਾਕੀ ਦਾ ਚੁੱਕਣ ਵਿੱਚ ਉਹ ਸੌਖ ਅਨੁਭਵ ਕਰਦਾ ਹੈ। ਉਦਮ ਦੂਜਿਆਂ ਨੂੰ ਪਿੱਛੇ ਛੱਡ ਜਾਣ ਦਾ ਅਮਲ ਨਹੀਂ ਹੁੰਦਾ। ਇਹ ਪਿੱਛੇ ਰਹਿ ਗਿਆਂ ਨੂੰ ਨਾਲ ਰਲਾਉਣ ਦੀ ਅਮੀਰੀ ਹੁੰਦੀ ਹੈ। ਇਹ ਪ੍ਰੇਮਿਕਾ ਨੂੰ ਬਦਨਾਮ ਕਰਨ ਦੀ ਨੀਚਤਾ ਨਹੀਂ ਹੁੰਦੀ। ਇਹ ਬਦਨਾਮ ਇਸਤਰੀ ਨੂੰ ਪ੍ਰੇਮਿਕਾ ਬਣਾਉਣ ਦੀ ਦਲੇਰੀ ਹੁੰਦੀ ਹੈ। ਕਈ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਨੂੰ ਉਦਮ ਵਿਖਾਉਣ ਦਾ ਅਵਸਰ ਹੀ ਨਹੀਂ ਮਿਲਦਾ। ਤੁਸੀਂ ਆਪਣੇ ਵਰਤਮਾਨ ਦੀਆਂ ਪਰਿਸਥਿਤੀਆਂ ਬਾਰੇ ਸੋਚੋ। ਤੁਹਾਨੂੰ ਸਪਸ਼ਟ ਵਿਖਾਈ ਦੇਵੇਗਾ ਕਿ ਹਰ ਕਿਸੇ ਕੋਲ ਬਹੁਤ ਕੁਝ ਹੈ। ਕਈਆਂ ਦੇ ਦਿਲ ਟੁੱਟੇ ਹੋਏ ਹਨ, ਪਰ ਟੁੱਟੇ ਹੋਏ ਦਿਲਾਂ ਨੂੰ ਵੀ ਜੋੜਨ ਅਤੇ ਸਾਂਭ ਕੇ ਰੱਖਣ ਦੀ ਲੋੜ ਹੈ। ਤੁਹਾਡੀ ਹਾਲਤ ਮੰਗਤਿਆਂ ਨਾਲੋਂ ਤਾਂ ਮਾੜੀ ਨਹੀਂ। ਮੰਗਤਿਆਂ ਨੇ ਉਦਮ ਨਾਲ ਸੇਕ ਲਿਆ ਹੁੰਦਾ ਹੈ ਕਿ ਕਿੱਥੋਂ ਕਿੰਨਾ ਮਿਲਦਾ ਹੈ। ਵੇਖਿਆ ਗਿਆ ਹੈ ਕਿ ਜਦੋਂ ਬੰਦਾ ਥੱਕ ਜਾਂਦਾ ਹੈ ਤਾਂ ਉਹ ਉਖੜ ਜਾਂਦਾ ਹੈ। ਬੰਦਾ ਥੱਕਦਾ ਹੀ ਉਦੋਂ ਹੈ ਜਦੋਂ ਉਸ ਕੋਲ ਨਵੇਂ ਵਿਚਾਰ, ਨਵੇਂ ਆਦਰਸ਼ ਅਤੇ ਨਵੇਂ ਉਤਸ਼ਾਹ ਨਹੀਂ ਹੁੰਦੇ। ਥੱਕਿਆ ਹੋਇਆ ਵਿਅਕਤੀ ਦੂਜਿਆਂ ਵਿੱਚ ਦੋਸ਼ ਕੱਢਣ ਲੱਗ ਪੈਂਦਾ ਹੈ। ਦੋਸ਼ ਕੱਢਣ ਦੀ ਇਹ ਆਦਤ ਉਸ ਵਿਚਲੀ ਅਸਹਿਣਸ਼ੀਲਤਾ, ਨਵੀਨਤਾ ਦੀ ਘਾਟ ਅਤੇ ਉਦਮ ਦੀ ਅਣਹੋਂਦ ਦਾ ਪ੍ਰਮਾਣ ਹੁੰਦੀ ਹੈ। ਨਵੀਨ ਹੋਣਾ ਕੋਈ ਸੌਖਾ ਉਦਮ ਨਹੀਂ। ਨਵੀਆਂ ਪੁਸਤਕਾਂ ਪੜ੍ਹਨਾ ਵੀ ਸੌਖਾ ਉਦਮ ਨਹੀਂ। ਕੰਮ ਕਰਨ ਦੇ ਨਵੇਂ ਢੰਗ ਤਰੀਕੇ ਲੱਭਣਾ ਵੀ ਸੌਖਾ ਨਹੀਂ ਹੁੰਦਾ। ਪਰ ਨਵੀਨਤਾ ਦੇ ਰਾਹ ਪਏ ਬਿਨਾਂ ਅਗਲੇਰੀਆਂ ਪ੍ਰਾਪਤੀਆਂ ਸੰਭਵ ਨਹੀਂ ਹੋ ਸਕਦੀਆਂ। ਨਵੀਆਂ ਮੁਸ਼ਕਲਾਂ, ਮੁਸੀਬਤਾਂ ਅਤੇ ਸਮੱਸਿਆਵਾਂ ਨਵੇਂ ਵਿਚਾਰਾਂ ਅਤੇ ਨਵੇਂ ਉਦਮਾਂ ਨਾਲ ਹੀ ਹੱਲ ਹੋਣਗੀਆਂ। ਖਾਈ ਕਿਸੇ ਵੀ ਪ੍ਰਕਾਰ ਦੀ ਹੋਵੇ, ਉਸ ਨੂੰ ਟੱਪਣ ਅਤੇ ਉਸ ਤੋਂ ਪਾਰ ਜਾਣ ਲਈ ਉਦਮ ਦੀ ਲੋੜ ਹੁੰਦੀ ਹੈ। ਅਨੇਕਾਂ ਲੋਕਾਂ ਵਿੱਚ ਸੰਗੀਤਕਾਰ ਜਾਂ ਚਿੱਤਰਕਾਰ ਬਣਨ ਦੀ ਲੋਚਾ ਤਾਂ ਹੁੰਦੀ ਹੈ, ਪਰ ਢੁਕਵਾਂ ਉਦਮ ਨਹੀਂ ਹੁੰਦਾ। ਅਜਿਹੇ ਲੋਕ ਆਰੰਭ ਤਾਂ ਕਈ ਕਾਰਜ ਕਰਦੇ ਹਨ, ਪਰ ਨੇਪਰੇ ਕਿਸੇ ਵੀ ਕਾਰਜ ਨੂੰ ਨਹੀਂ ਚਾੜਦੇ।
ਭੁਚਾਲ, ਅਕਾਲ, ਹੜ੍ਹ ਅਤੇ ਤੂਫਾਨ ਦਾ ਸਾਹਮਣਾ ਅਰਦਾਸਾਂ ਨਾਲ ਨਹੀਂ, ਉਦਮ ਨਾਲ ਹੀ ਸੰਭਵ ਹੁੰਦਾ ਹੈ। ਵਿਆਹ ਵੀ ਉਦਮ ਤੋਂ ਬਿਨਾਂ ਸਫਲ ਨਹੀਂ ਹੁੰਦਾ। ਵੇਖਿਆ ਗਿਆ ਹੈ ਕਿ ਹਰ ਪ੍ਰਕਾਰ ਦੀ ਪ੍ਰਾਪਤੀ ਸੰਭਵ ਤਾਂ ਮਿਹਨਤ ਨਾਲ ਹੁੰਦੀ ਹੈ, ਪਰ ਉਪਯੋਗੀ ਉਦਮ ਨਾਲ ਹੀ ਹੁੰਦੀ ਹੈ। ਜਿਤਨੇ ਉਤਸ਼ਾਹ ਨਾਲ ਪਿਆਰ ਕੀਤਾ ਜਾਂਦਾ ਹੈ, ਉਤਨਾ ਹੀ ਉਸ ਦੀਆਂ ਯਾਦਾਂ ਦਾ ਨਿੱਘ ਵਧੇਰੇ ਹੁੰਦਾ ਹੈ। ਭਾਵੇਂ ਤੁਹਾਡੀ ਪ੍ਰੇਮਿਕਾ ਕਿਸੇ ਹੋਰ ਨਾਲ ਵਿਆਹੀ ਜਾਵੇ, ਪਰ ਉਸ ਦੀਆਂ ਯਾਦਾਂ ਦੀ ਦੌਲਤ ਤੁਹਾਡੇ ਕੋਲ ਹੀ ਹੋਵੇਗੀ, ਉਸ ਦੇ ਪਤੀ ਕੋਲ ਨਹੀਂ। ਹਰ ਕਿਸੇ ਦੀ ਜ਼ਿੰਦਗੀ ਵਿੱਚ ਕਈ ਉਦਮੀ ਵਿਅਕਤੀ ਆਉਂਦੇ ਹਨ, ਪਰ ਟੀਸੀ ਦਾ ਬੇਰ ਉਹੀ ਹੁੰਦਾ ਹੈ ਜਿਸ ਦੇ ਜੀਵਨ ਨੇ ਸਾਡਾ ਆਪਣੇ ਆਪ ਵਿੱਚ ਵਿਸ਼ਵਾਸ ਡੂੰਘਾ ਅਤੇ ਵਿਸ਼ਾਲ ਕੀਤਾ ਹੁੰਦਾ ਹੈ ਅਤੇ ਸਾਨੂੰ ਉਦਮ ਦੀ ਜਾਗ ਲਾਈ ਹੁੰਦੀ ਹੈ। ਜਦੋਂ ਅਸੀਂ ਸਫਲਤਾ ਦੀ ਘੋੜੀ ਚੜ੍ਹਦੇ ਹਾਂ ਤਾਂ ਅਸੀਂ ਉਸ ਮਾਰਗਦਰਸ਼ਕ ਉਦਮੀ ਵਿਅਕਤੀ ਦਾ ਅਤਾ ਪਤਾ ਪੁੱਛਦੇ ਹਾਂ ਤਾਂ ਕਿ ਉਸ ਦੀ ਦਹਲੀਜ਼ ਤੇ ਆਪਣੀ ਕਲਗੀ ਸਜਾ ਸਕੀਏ। ਸੋ ਇਹਦੇ ਨਾਲ ਹੀ ਅੱਜ ਦਾ ਇਹ ਲੈਸਨ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਅਗਲੇ ਲੈਸਨ ਦੇ ਨਾਲ। ਧੰਨਵਾਦ।